कुछ सरकारां को पैसा नहीं है, साडी पंजाब सरकार है, साडी इत्थे देश की सरकार है, क्योंकि इन्हां ने देश दे विच गंदी राजनीति की, जात पात की राजनीति कर ली, धर्मां की राजनीति कर ली हैगी, देश का विकास नहीं होया। पर फिर सरकारां टैक्स क्यों मंगदियां ने? हर चीज़ दे विच GST है, तुहाडा इनकम टैक्स है, होर जिहड़े वैट ने, बहुत कुछ है। हर चीज़ तुसीं चीनी तो लैके चाह पत्ती बल्ब कुछ भी खरीदो उहदे ते GST लगदा तुहानूं। रह रहे तो रहने दे पैसे देने पैने ना। नहीं, सरकार राहत देवे ना फिर उन्हां पैसिਆਂ ਦੀ। नहीं साहब की सरकार ने समाजिक सुरक्षा देती सारे लोगों लिए, तो जिंदगी का गुजारा करना, अपने बच्चों की फीस, अपने बिजली का बिल भरना, अपनी जिंदगी मतलब बसर करना बहुत वड्डा एक चैलेंज होगा। जनता 500 रुपए ਨਾਲ ਤੁਸੀਂ ਇੱਕ ਮਹੀਨੇ ਦਾ ਅਨਾਜ ਲੈ ਸਕਦੇ ਹੋ। ਹੁਣ ਲੋਕੀ ਕਈ ਕਹਿੰਦੇ ਆ ਅਸੀਂ ਮੋਦੀ ਭਗਤ ਹਾਂ। ਦੇਖੋ ਤੁਸੀਂ ਮੋਦੀ ਭਗਤ ਬਣੋ, ਉਹਨਾਂ ਦੀ ਆਈਡੀਓਲੋਜੀ ਤੁਹਾਨੂੰ ਚੰਗੀ ਲੱਗਦੀ, ਤੁਹਾਡਾ ਸੰਵਿਧਾਨਿਕ ਅਧਿਕਾਰ ਆ, ਤੁਸੀਂ ਉਹਨਾਂ ਨੂੰ ਫੋਲੋ ਕਰੋ। ਮੈਂ ਇਹ ਨਹੀਂ ਕਹਿੰਦਾ ਹੈ ਤੁਹਾਡੀ ਆਪਣਾ, ਪਰ ਤੁਸੀਂ ਇਹ ਦੇਖੋ ਵੀ ਤੁਹਾਡੇ ਦੇਸ਼ ਲਈ ਕੀ ਸਹੀ ਹੋ ਰਿਹਾ, ਕੀ ਗਲਤ ਹੋ ਰਿਹਾ ਹੈ। ਜਿਹੜੇ MLAs ਦੀਆਂ ਤਨਖਾਹਾਂ ਨੇ, ਜਿਹੜੇ ਉਹਨਾਂ ਦੇ ਇਨਕਮ ਟੈਕਸ ਹੈ, ਉਹ ਵੀ ਸਰਕਾਰ ਭਰਦੀ ਹੈ। ਹਮੇਸ਼ਾ ਇਹ ਹੁੰਦਾ ਕਿ EMPLOYEES ਦੇ ਖੇਤਰ ਦੇ ਵਿੱਚ ਜੇ EMPLOYE ਨੂੰ ਤਨਖਾਹ ਮਿਲਦੀ ਹੈ, ਜਿਹੜਾ ਉਹਦੇ ਟੈਕਸ ਲੱਗਦਾ ਤਾਂ ਉਹ ਖੁਦ ਆਪਣੀ ਤਨਖਾਹ ਚੋਂ ਭਰਦਾ। ਪਰ ਆਪਣੇ ਸਰਕਾਰਾਂ ਦੇ ਜਿਹੜੇ ਕਾਨੂੰਨ ਬਣਾਏ ਹੋਏ ਨੇ ਉਹ ਇਸ ਢੰਗ ਦੇ ਨੇ ਕਿ ਜੇ ਤਨਖਾਹ ਤੋਂ ਬਾਅਦ ਟੈਕਸ ਲੱਗਣਾ ਤਾਂ ਵੀ ਸਰਕਾਰ ਪੇ ਕਰੂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਪਿਛਲੇ 3 ਮਹੀਨਿਆਂ ਤੋਂ ਦੇਸ਼ ਭਰ ਦੇ ਵਿੱਚ ਲੋਕਡਾਊਨ ਹੈ। ਹਾਲਾਂਕਿ ਅਨਲੌਕ ਵੀ ਕੀਤਾ ਗਿਆ, ਪਰ ਫਿਰ ਵੀ ਲੋਕਾਂ ਦੇ ਕੰਮਕਾਰ ਠੱਪ ਹੋ ਕੇ ਰਹਿ ਗਏ ਨੇ। ਲੋਕ ਸਰਕਾਰ ਵੱਲ ਦੇਖ ਰਹੇ ਨੇ ਕਿ ਰਾਹਤ ਮਿਲੇਗੀ, ਪਰ ਸਰਕਾਰਾਂ ਆਪਣਾ ਰੋਣਾ ਰੋ ਰਹੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਜਿਹੜੀ ਟੈਕਸ ਦੀ ਕਲੈਕਸ਼ਨ ਸੀਗੀ, ਜਿਹੜੇ ਰੈਵਨਿਊ ਦੇ ਸਾਧਨ ਸੀਗੇ, ਉਹ ਘਟੇ ਨੇ। ਇਸੇ ਤੇ ਗੱਲਬਾਤ ਕਰਾਂਗੇ ਕਿ ਲੋਕ ਜਿਹੜੇ ਰਾਹਤ ਦੀ ਉਮੀਦ ਕਰਦੇ ਨੇ, ਸਰਕਾਰ ਕੋਲੇ ਕਿੰਨਾ ਕੁ ਹੈ ਰਾਹਤ ਦੇਣ ਦੇ ਲਈ, ਜਾਂ ਸਰਕਾਰ ਜਿਹੜੀ ਹੈ ਆਪਣੇ ਖਰਚੇ ਵਧਾਉਣ ਦੀ ਗੱਲ ਕਰ ਰਹੀ ਹੈ। ਸਾਡੇ ਨਾਲ ਚੀਫ ਐਡੀਟਰ ਰਾਜਦੀਪ ਬੈਨੀਪਾਲ ਜੀ ਮੌਜੂਦ ਨੇ। ਰਾਜਦੀਪ ਜੀ, ਜਿਸ ਢੰਗ ਦੇ ਨਾਲ ਜਨਤਾ ਸੋਚਦੀ ਹੈ, ਜਨਤਾ ਇਹ ਸੋਚਦੀ ਹੈ ਕਿ ਸਰਕਾਰ ਸਾਡੇ ਲਈ ਸਹੂਲਤ ਦੇਵੇ, ਸਰਕਾਰ ਸਾਨੂੰ ਰਾਹਤ ਦੇਵੇ, ਪਰ ਬਹੁਤ ਲੋਕ ਇਹ ਕਹਿ ਰਹੇ ਨੇ ਕਿ ਸਰਕਾਰ ਦੇ ਵੱਲੋਂ ਜਨਤਾ ਨੂੰ ਰਾਹਤ ਦਿੱਤੀ ਨਹੀਂ ਗਈ, ਕਿ ਬਿਜਲੀ ਬਿੱਲ ਆ ਗਏ, ਸਕੂਲ ਦੀਆਂ ਫੀਸਾਂ ਆ ਗਈਆਂ, ਹੋਰ ਟੈਕਸ ਜਿਹੜੇ ਨੇ ਉਹ ਆ ਗਏ, EMI 'ਚ ਛੋਟ ਵੀ ਵਿਆਜ ਸਮੇਤ ਨੇ। ਇਹ ਜਿਹੜੀਆਂ ਚੀਜ਼ਾਂ ਨੇ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਰਾਹਤ ਲੋਕੀ ਉਮੀਦ ਕਿਉਂ ਕਰ ਰਹੀ ਪਬਲਿਕ ਜੀ? ਪ੍ਰਧਾਨ ਮੰਤਰੀ ਸਾਹਿਬ ਨੇ ਸਾਡਿਆਂ ਨੇ ਕਿਹਾ ਵੀ ਆਤਮ ਨਿਰਭਰ ਬਣੋ, ਤੁਸੀਂ ਆਤਮ ਨਿਰਭਰ ਬਣੋ ਜੀ। ਇੰਨੀ ਵਧੀਆ ਉਹਨਾਂ ਨੇ ਤੁਹਾਨੂੰ ਦੇਖੋ ਕਹਿੰਦੇ ਕਰੋਨਾ ਸਿੱਖੋ ਤੇ ਆਤਮ ਨਿਰਭਰ ਬਣੋ ਜੀ। ਜਨਤਾ ਜਿਹੜੀ ਰਾਹਤ ਦੀ ਉਮੀਦ ਕਰਦੀ ਪਈ ਆ, ਉਹ ਇੱਕ ਝੂਠੀ ਉਮੀਦ ਕਰਦੀ ਪਈ ਹੈ ਤੇ ਉਹਨਾਂ ਨੇ ਕਰਨੀ ਨਹੀਂ ਚਾਹੀਦੀ ਹੈਗੀ ਜੀ। ਇੱਥੇ ਤਾਂ ਆਤਮ ਨਿਰਭਰ ਹੀ ਲੋਕਾਂ ਨੂੰ ਹੋਣਾ ਪੈਣਾ ਹੈਗਾ। ਦੇਖੋ, ਸਰਕਾਰਾਂ ਕੋਲ ਪੈਸਾ ਨਹੀਂ ਹੈਗਾ, ਸਾਡੀ ਪੰਜਾਬ ਸਰਕਾਰ ਹੈ, ਸਾਡੀ ਇੱਥੇ ਦੇਸ਼ ਦੀ ਸਰਕਾਰ ਆ, ਕਿਉਂਕਿ ਇਹਨਾਂ ਨੇ ਦੇਸ਼ ਦੇ ਵਿੱਚ ਗੰਦੀ ਰਾਜਨੀਤੀ ਕੀਤੀ। ਦੇਸ਼ ਦੇ ਵਿੱਚ ਅੱਜ ਤੱਕ ਜਾਤ ਪਾਤ ਦੀ ਰਾਜਨੀਤੀ ਕਰ ਲਈ, ਧਰਮਾਂ ਦੀ ਰਾਜਨੀਤੀ ਕਰ ਲਈ ਹੈਗੀ ਹੈ, ਦੇਸ਼ ਦਾ ਵਿਕਾਸ ਨਹੀਂ ਹੋਇਆ। ਨਹੀਂ, ਅਸੀਂ ਕਿਉਂ ਕਹਿ ਰਹੇ ਹਾਂ ਕਿ ਸਰਕਾਰਾਂ ਸਮਰੱਥ ਨਹੀਂ ਹੈਗੀਆਂ ਮਦਦ ਕਰਨ? ਸਮਰੱਥ ਉਹਨਾਂ ਨੇ, ਦੇਖੋ ਦੇਸ਼ ਦੇ ਵਿੱਚ ਅਸੀਂ ਕਹਿੰਦੇ ਵਿਕਾਸ ਦੀ ਗੱਲ ਕਰਦੇ ਹੈਗੇ, ਅਸੀਂ ਕਹਿੰਦੇ ਸਾਡਾ ਵਿਕਾਸ ਪਾਕਿਸਤਾਨ ਤੋਂ ਜ਼ਿਆਦਾ ਨਹੀਂ ਹੋਇਆ ਹੈਗਾ। ਅਸੀਂ ਪਾਕਿਸਤਾਨ ਆਪਣੇ ਆਪ ਨੂੰ ਕੰਪੇਅਰ ਕਰੀਏ ਨਾ, ਅਸੀਂ ਆਪਣੇ ਆਪ ਨੂੰ ਇੰਗਲੈਂਡ ਨਾਲ ਕੰਪੇਅਰ ਕਿਉਂ ਨਹੀਂ ਕਰਦੇ? ਸਾਡਾ ਜਿਹੜਾ ਵਿਕਾਸ ਹੈ ਇੰਗਲੈਂਡ ਤੋਂ ਘੱਟ ਹੋਇਆ ਯਾਰ, ਅਸੀਂ ਪਾਕਿਸਤਾਨ ਨਾਲ ਕੰਪੇਅਰ ਕਰੀ ਜਾਂਦੇ ਹਾਂ। ਅੱਛਾ, ਮੈਂ ਇਕੱਲੇ ਪੁਆਇੰਟ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਸਭ ਤੋਂ ਪਹਿਲਾਂ ਬਿਜਲੀ ਬਿੱਲਾਂ ਦੀ ਗੱਲ ਕਰਦੇ ਹਾਂ ਕਿ ਲੋਕ ਕਹਿ ਰਹੇ ਨੇ ਕਿ ਬਿਜਲੀ ਬਿੱਲ ਮਾਫ ਹੋਣੇ ਚਾਹੀਦੇ ਸੀ। ਕੀ ਬਿਜਲੀ ਬਿੱਲ ਮਾਫ ਹੋ ਸਕਦੇ ਨੇ? ਜਾਂ ਦੂਜਾ ਪੁਆਇੰਟ ਨਾਲ ਹੀ ਉਹ ਵੀ ਪੁੱਛ ਲੈਂਦੇ ਹਾਂ ਕਿ ਲੋਕ ਕਹਿੰਦੇ ਨੇ ਕਿ ਸਾਡੇ ਕਾਰੋਬਾਰ ਬੰਦ ਰਹੇ ਨੇ। ਮੰਨ ਲਓ ਇੱਕ ਦੁਕਾਨ ਹੈ, ਉਹ ਬੰਦ ਰਹੀ ਹੈ, ਪਰ ਸਾਨੂੰ ਐਵਰੇਜ ਬਿੱਲ ਪਾਤਾ। ਇਹਨਾਂ ਨੇ ਕੀ ਕੀਤਾ, ਦੁਕਾਨਾਂ ਬੰਦ ਸੀਗੀਆਂ, ਉਹ ਇੱਕ ਦੁਕਾਨ ਖੁੱਲੀ ਨਹੀਂ ਹੈਗੀ ਤਾਂ ਬਿੱਲ ਲੈਣ ਦਾ ਅਧਿਕਾਰ ਕਿਉਂ? ਐਵਰੇਜ ਬਿੱਲ ਇਹਨਾਂ ਨੇ ਪਾਤੇ ਹੈਗੇ, ਕਿਸ ਬਣਾ ਤੇ ਪਾਏ ਹੈਗੇ? ਉਹਨਾਂ ਨੇ ਸਿਰਫ ਲੋਕਾਂ ਤੋਂ ਪੈਸਾ ਲੈਣਾ ਹੈਗਾ। ਜਦੋਂ ਤੁਸੀਂ ਇੱਕ ਦੁਕਾਨ ਨਹੀਂ ਖੋਲ੍ਹੀ ਹੈਗੀ, ਹੁਣ ਤੁਸੀਂ ਇਹਨਾਂ ਨੇ ਟੈਕਸੀਆਂ ਉੱਪਰ ਟੈਕਸ ਪਾਤਾ ਹੈਗਾ, ਇੰਸ਼ੋਰੈਂਸ ਦਾ ਬਰਡਨ ਲਾ ਲਓ। ਇੰਸ਼ੋਰੈਂਸ ਅਸੀਂ ਕਿਉਂ ਕਰਾਉਂਦੇ ਹਾਂ? ਇੰਸ਼ੋਰੈਂਸ ਲਈ ਕਰਾਉਂਦੇ ਵੀ ਗੱਡੀ ਜਦ ਚੱਲੂਗੀ ਰੋਡ ਦੇ ਉੱਪਰ ਉਹਦਾ ਐਕਸੀਡੈਂਟ ਨਾ ਹੋ ਜਾਏ। ਜੇ ਗੱਡੀਆਂ ਰੋਡ ਦੇ ਉੱਪਰ ਚੱਲੀਆਂ ਨਹੀਂ ਹੈਗੀਆਂ ਤੇ ਇੰਸ਼ੋਰੈਂਸ ਮਹਿੰਗੀ ਕਿੰਨੀ ਆ? 70-80 ਹਜ਼ਾਰ ਇੰਸ਼ੋਰੈਂਸ ਆ ਬੱਸ ਦੀ। ਮਤਲਬ 3 ਮਹੀਨੇ ਬੰਦ ਰਹੀ ਤਾਂ ਉਹ ਛੋਟ ਮਿਲਣੀ ਚਾਹੀਦੀ ਹੈ। ਕਿਉਂ ਨਹੀਂ ਮਿਲਣੀ ਚਾਹੀਦੀ? ਇੰਸ਼ੋਰੈਂਸ ਕਿਸ ਚੀਜ਼ ਲਈ ਹੈ? ਵੀ ਗੱਡੀ ਰੋਡ ਤੇ ਉਹ ਐਕਸੀਡੈਂਟ ਹੋਊਗੀ ਤਾਂ ਸੇਫਟੀ ਆ, ਜਿਹਨਾਂ ਐਕਸੀਡੈਂਟ ਹੋ ਉਹਦੀ ਵੀ, ਜਿਹਦੀ ਗੱਡੀ ਆ ਉਹਦੀ ਸੇਫਟੀ ਹੋਊਗੀ, ਉਹ ਕਿਉਂ ਨਹੀਂ ਮਾਫ ਹੋ ਰਹੀ? ਇਹ ਤਾਂ ਫਿਰ ਕੰਪਨੀਆਂ ਨੂੰ ਫਾਇਦਾ ਹੋ ਗਿਆ। ਮੈਂ ਉਹੀ ਗੱਲ ਦੱਸਦਾ, ਟੈਕਸੀਆਂ ਵਾਲੇ ਟੈਕਸੀਆਂ ਚੱਲੀ, ਟੈਕਸ ਕਿਸ ਚੀਜ਼ ਦਾ ਜੀ? ਹੁਣ ਸਕੂਲ ਬੱਸਿਸ ਨੇ, ਹੁਣ ਉਹ ਹਾਈਕੋਰਟ ਦਾ ਮਾਨਯੋਗ ਹਾਈਕੋਰਟ ਦਾ ਫੈਸਲਾ ਆਇਆ, ਸ਼ਾਇਦ ਇਸ ਕਰਕੇ ਨਾ ਕੀਤੀ ਹੋਵੇ, ਪਰ ਆਮ ਜਿਹੜੀ ਛੋਟੀ ਬੱਸ ਆ ਉਹਦਾ 22,000 ਰੁਪਈਆ ਸਾਲ ਦਾ ਸਾਲਾਨਾ ਹੈਗਾ, ਤੇ ਜਿਹੜੀ ਹੈਗੀ ਵੱਡੀ ਬੱਸ ਉਹ 33,000 ਰੁਪਈਆ, ਜਿਹੜੀ ਕਾਲਜ ਦੀ ਬੱਸ ਉਹ ਤਾਂ 60,000 ਰੁਪਈਆ ਲੰਮਸਮ ਟੈਕਸ ਨੇ। ਲੰਮਸਮ ਟੈਕਸ ਨੇ ਤੇ ਇਹ ਟੈਕਸ
ਉਹ ਦੇਣਦਾਰ ਕਿਉਂ ਨੇ? ਜਦੋਂ ਉਹਨੇ ਗੱਡੀਆਂ ਚਲਾਈਆਂ ਹੀ ਨਹੀਂ, ਗੱਡੀਆਂ ਰੋਡ ਤੇ ਆਈਆਂ ਹੀ ਨਹੀਂ ਹੈਗੀਆਂ, ਤਾਂ ਸਾਰੀ ਦੁਨੀਆ ਨੂੰ ਪਤਾ ਵੀ ਮਹਾਮਾਰੀ ਦਾ ਲੋਕਡਾਊਨ ਆ, ਤਾਂ ਉਹ ਦੇਣਦਾਰ ਦੇ ਹੱਕ ਹੈ ਨਹੀਂ। ਮਤਲਬ ਤੁਹਾਨੂੰ ਇਹ ਲੱਗਦਾ ਹੈ ਜਾਂ ਲੋਕ ਇਹ ਸਮਝਦੇ ਨੇ ਕਿ ਜੇ 12 ਮਹੀਨੇ ਨੇ ਤਾਂ 3 ਮਹੀਨੇ ਵਾਲੀ ਚੀਜ਼ ਜਿਹੜੀ ਹੈ, ਚਾਹੇ ਇੰਸ਼ੋਰੈਂਸ ਹੈ ਚਾਹੇ ਕੋਈ ਟੈਕਸ ਹੈ, ਉਹਦੇ ਵਿੱਚੋਂ ਮਾਈਨਸ ਹੋਣੀ ਚਾਹੀਦੀ, ਰਾਹਤ ਮਿਲਣੀ ਚਾਹੀਦੀ ਲੋਕਾਂ ਨੂੰ। ਦੇਖੋ ਸਮਾਜਿਕ ਸੁਰੱਖਿਆ ਤਾਂ ਨਹੀਂ ਲੋਕਾਂ ਨੂੰ ਦੇ ਪਾਏ ਤੁਸੀਂ, ਨਾ ਤੁਹਾਡੇ ਕੋਲ ਹੈਗੀ ਹੈ, ਤੇ ਲੋਕ ਆਤਮ ਨਿਰਭਰ ਹੈਗੇ, ਆਪਣੇ ਵਸੀਲਿਆਂ ਨਾਲ ਲੋਕੀ ਗੁਜ਼ਾਰਾ ਕਰ ਰਹੇ ਨੇ। ਪਰ ਫਿਰ ਸਰਕਾਰਾਂ ਟੈਕਸ ਕਿਉਂ ਮੰਗਦੀਆਂ ਨੇ? ਹਰ ਚੀਜ਼ ਦੇ ਵਿੱਚ GST ਹੈ, ਤੁਹਾਡਾ ਇਨਕਮ ਟੈਕਸ ਹੈ, ਹੋਰ ਜਿਹੜੇ ਵੈਟ ਨੇ, ਬਹੁਤ ਕੁਝ ਹੈ। ਹਰ ਚੀਜ਼ ਤੁਸੀਂ ਚੀਨੀ ਤੋਂ ਲੈ ਕੇ ਚਾਹ ਪੱਤੀ, ਬਲਬ, ਕੁਝ ਵੀ ਖਰੀਦੋ ਉਹਦੇ ਤੇ GST ਲੱਗਦਾ ਤੁਹਾਨੂੰ। ਉਹ ਸਰਕਾਰ ਦੇਖੋ, ਤੁਸੀਂ ਮੁਲਕ 'ਚ ਰਹਿ ਰਹੇ ਹੋ, ਤੁਹਾਨੂੰ ਰਹਿਣ ਦੇ ਪੈਸੇ ਦੇਣੇ ਪੈਣੇ ਨੇ ਨਾ। ਨਹੀਂ, ਸਰਕਾਰ ਰਾਹਤ ਦੇਵੇ ਨਾ ਫਿਰ ਉਹਨਾਂ ਪੈਸਿਆਂ ਦੀ। ਨਹੀਂ, ਕੀ ਸਰਕਾਰ ਨੇ ਸਮਾਜਿਕ ਸੁਰੱਖਿਆ ਦੇਤੀ ਸਾਰਿਆਂ ਨੂੰ? ਉਹ ਵੀ ਸਰਕਾਰ ਦਾ ਫਰਜ਼ ਸੀ ਨਾ। ਸਰਕਾਰ ਤਾਂ ਹੀ ਚੁਣੀ ਗਈ ਸੀਗੀ ਵੀ ਲੋਕਾਂ ਦੇ ਹੱਕਾਂ ਦੀ ਰਾਖੀ ਕਰੂਗੀ। ਕੀ ਦਿੱਤੀ ਗਈ ਹੈ? ਇਹ ਇਸ ਮੁਲਕ ਵਿੱਚ ਇਹ ਗੱਲ ਕਰਨੀ, ਮੈਂ ਇਹ ਮੰਨਦਾ ਵੀ ਕਿ ਸਮਾਂ ਬਰਬਾਦ ਕਰਨ ਵਾਲੀ ਗੱਲ ਆ। ਇੱਥੇ ਤਾਂ ਇਹ ਗੱਲ ਕਰਨੀ ਚਾਹੀਦੀ ਹੈ ਵੀ ਸਰਕਾਰਾਂ ਤੋਂ ਬਚਿਆ ਕਿਵੇਂ ਜਾਵੇ, ਬਸ ਇੱਥੇ ਇਹ ਗੱਲ ਕਰਨੀ ਚਾਹੀਦੀ ਹੈ। ਕਿਉਂਕਿ ਰਾਜਦੀਪ ਜੀ, ਅਸੀਂ ਦੇਖਦੇ ਕੀ ਹਾਂ ਕਿ ਅਸੀਂ ਜੇ ਸੜਕ ਤੇ ਜਾਂਦੇ ਹਾਂ ਤਾਂ 50 ਕਿਲੋਮੀਟਰ ਬਾਅਦ ਟੋਲ ਟੈਕਸ ਆ ਜਾਂਦਾ। ਸਾਨੂੰ ਲੱਗਦਾ ਕਿ ਜਿਹੜੀ ਸੜਕ ਤੇ ਅਸੀਂ ਜਾ ਰਹੇ ਹਾਂ ਉਹਦਾ ਅਸੀਂ ਪੇ ਕਰ ਰਹੇ ਹਾਂ। ਤੁਸੀਂ ਜਦੋਂ ਗੱਡੀ ਨਵੀਂ ਲੈਂਦੇ ਹੋ, ਤੁਹਾਡੇ ਤੋਂ ਉਸੇ ਟਾਈਮ ਸਪੈਸ਼ਲ ਰੋਡ ਟੈਕਸ ਲੈ ਲਿਆ, ਇਸ ਲਈ ਹੁੰਦਾ ਹੈਗਾ। ਹੁਣ ਤੁਸੀਂ ਇੱਥੋਂ ਦਿੱਲੀ ਚਲੇ ਜਾਓ, 6-7 ਟੋਲ ਨੇ, 1000 ਰੁਪਏ ਟੋਲਾਂ ਲੱਗ ਜਾਣਾ ਦਿੱਲੀ ਤੱਕ। ਇਹਦਾ ਮਤਲਬ ਉਹ ਨਾਲ ਸਭ ਤੋਂ ਪੈਸੇ ਲੈ ਰਹੇ। ਅਸੀਂ ਸੜਕਾਂ ਬਣਾ ਰਹੇ ਹਾਂ, ਇੱਕ ਪਾਸੇ ਉਹ ਟੈਕਸ ਲੈ ਰਹੇ ਹੋ ਗੱਡੀ ਲੈਣ ਸਮੇਂ, ਇੱਕ ਤੁਸੀਂ ਨਵਾਂ ਟੈਕਸ ਟੋਲ ਟੈਕਸ ਲਾ ਰਹੇ ਹੈਗੇ। ਦੇਖੋ ਲੋਕ, ਸਾਨੂੰ ਵੱਡੀ ਜੋ ਮੁਸ਼ਕਿਲ ਆ ਨਾ, ਲੋਕੀ ਲਾਮਬੰਦ ਨਹੀਂ ਹੈਗੇ। ਜੇ ਲੋਕੀ ਲਾਮਬੰਦ ਹੋਣ, ਕੋਈ ਆਵਾਜ਼ ਨਹੀਂ ਉਠਾਉਂਦਾ ਹੈਗਾ। ਲੋਕੀ ਆਪਣੀ ਆਰਥਿਕ ਔਂਕੜਾਂ 'ਚ ਇੰਨੇ ਬੁਰੇ ਉਲਝ ਗਏ ਨੇ, ਜਦੋਂ ਆਰਥਿਕ ਮੁਸ਼ਕਿਲਾਂ ਉਹਨਾਂ ਦੀਆਂ ਹੈਗੀਆਂ ਨੇ, ਉਹਦੇ 'ਚ ਬਹੁਤ ਬੁਰੀ ਤਰ੍ਹਾਂ ਉਲਝ ਚੁੱਕੇ ਨੇ ਲੋਕਾਂ ਲਈ। ਤਾਂ ਜ਼ਿੰਦਗੀ ਦਾ ਗੁਜ਼ਾਰਾ ਕਰਨਾ, ਆਪਣੇ ਬੱਚਿਆਂ ਦੀ ਫੀਸ, ਆਪਣੇ ਬਿਜਲੀ ਦਾ ਬਿੱਲ ਭਰਨਾ, ਆਪਣੀ ਜ਼ਿੰਦਗੀ ਮਤਲਬ ਬਸਰ ਕਰਨਾ ਬਹੁਤ ਵੱਡਾ ਇੱਕ ਚੈਲੰਜ ਹੋ ਗਿਆ। 2-3 ਚੀਜ਼ਾਂ ਹੋਈਆਂ ਨੇ ਕਿ ਪੈਟਰੋਲ ਡੀਜ਼ਲ ਲਗਾਤਾਰ ਵਧੀ ਗਿਆ। ਕਿਤੋਂ ਵੀ ਆਵਾਜ਼ ਆਈ ਦੇਸ਼ ਦੇ ਵਿੱਚੋਂ, ਨਾ ਵਿਰੋਧੀ ਧਿਰ ਬੋਲੀ ਹੈ, ਨਾ ਸੱਤਾਧਾਰੀ ਪਾਰਟੀ ਬੋਲੀ ਹੈ। ਸੱਤਾਧਾਰੀ ਨੇ ਜੇ ਲਾਏ ਸੀ, ਉਹਨੇ ਕੀ ਬੋਲਣਾ ਹੈਗਾ? ਵਿਰੋਧੀ ਧਿਰ ਤੇ ਇਸ ਲਈ ਹੁੰਦੀ ਹੈ, ਜੇ ਸੱਤਾਧਾਰੀ ਪਾਰਟੀ ਗਲਤ ਕਰਦੀ ਹੈ ਤਾਂ ਵਿਰੋਧੀ ਧਿਰ ਉਸਦੇ ਖਿਲਾਫ ਆਵਾਜ਼ ਉਠਾਉਂਦੀ ਹੈ। ਬੱਸਾਂ ਦੇ ਕਿਰਾਏ ਵਧ ਗਏ, ਡੀਜ਼ਲ ਕਿੰਨਾ ਵਧ ਗਿਆ, ਮਜਬੂਰੀ ਹੋ ਗਈ ਸਰਕਾਰ ਦੀ। ਬੱਸਾਂ ਡੀਜ਼ਲ ਦੇ ਕਿੱਥੇ ਲੈ ਗਏ? ਬੱਸਾਂ ਦੇ ਕਰਦੇ ਵਧਣੀ ਸੀਗੀ, ਉਹਦੇ 'ਚ ਡੀਜ਼ਲ ਨਾਲ ਅਟੈਚ ਨੇ। ਉਹੀ ਸਵਾਲ ਹੈ ਨਾ ਕਿ ਇਹ ਸਾਰੀ ਚੀਜ਼ਾਂ, ਹੁਣ ਸਕੂਲ ਫੀਸ ਮਾਨਯੋਗ ਹਾਈ ਕੋਰਟ ਦਾ ਫੈਸਲਾ ਆ ਗਿਆ ਕਿ ਭਾਵੇਂ ਆਨਲਾਈਨ ਪੜ੍ਹਾਇਆ ਭਾਵੇਂ ਨਹੀਂ ਪੜ੍ਹਾਇਆ, ਉਹ ਵੀ ਮਾਪਿਆਂ ਨੂੰ ਲੱਗਦਾ ਕਿ ਸਾਡੇ ਖਿਲਾਫ ਹੈ। ਉਹ ਵੀ ਬਹੁਤ ਵੱਡੀ ਰਾਹਤ ਦੀ ਉਮੀਦ ਸੀ ਉਹਨਾਂ ਨੂੰ ਵੀ ਸਾਨੂੰ ਕੁਛ ਨਾ ਕੁਛ ਮਾਨਯੋਗ ਹਾਈ ਕੋਰਟ ਰਾਹਤ ਦੇਗੀ। ਪਰ ਅੱਜ ਆਈ ਥਿੰਕ ਉਹਨਾਂ ਨੇ ਅੱਗੇ ਪਟੀਸ਼ਨ ਪਾਤੀ, ਰਿਵਿਊ ਪਟੀਸ਼ਨ ਪਾਤੀ ਹੈਗੀ ਆ ਡਬਲ ਬੈਂਚ ਦੇ ਅੱਗੇ। ਉਹ ਕੀ ਸੋਚਦੇ ਜੱਜ ਸਾਹਿਬ, ਉਹ ਕੀ ਫੈਸਲਾ ਦਿੰਦੇ ਨੇ, ਉਹ ਆਉਣ ਵਾਲੇ 2-4 ਦਿਨ ਪਤਾ ਲੱਗ ਜਾਏਗਾ ਲੋਕਾਂ ਨੂੰ ਕੀ ਹੈਗਾ ਕੀ ਨਹੀਂ ਹੈਗਾ। ਪਰ ਅਸੀਂ ਓਵਰਆਲ ਅਸੀਂ ਦੇਖਦੇ ਹਾਂ, ਅਸੀਂ ਸਾਡੇ ਜਿਹੜਾ ਪੱਖ ਦੇਖੀਏ, ਸਾਡੇ ਸਿਹਤ ਪ੍ਰਬੰਧ, ਸਾਡੀ ਸਮਾਜਿਕ ਸੁਰੱਖਿਆ, ਸਾਡੀ ਵਿੱਦਿਆ, ਠੀਕ ਹੈ। ਦੇਖੋ ਸਿਹਤ, ਸਿੱਖਿਆ ਅਤੇ ਸੁਰੱਖਿਆ ਇੱਕ ਮੈਂ ਇਹ ਮੰਨਦਾ ਵੀ ਇੱਕ ਡਿਵੈਲਪਡ ਕੰਟਰੀ ਦੇ ਵਿੱਚ ਇਹ ਚੀਜ਼ ਇਹੀ ਮੰਗੀ ਜਾਂਦੀ ਹੈਗੀ ਆ। ਅਤੇ ਇੱਕ ਸਨਮਾਨ ਤੁਹਾਡਾ ਵੀ ਤੁਹਾਡੇ ਜਿਹੜੇ ਮਨੁੱਖੀ ਤੁਹਾਡੇ ਅਧਿਕਾਰ ਨੇ ਤੁਹਾਡੇ ਉਹ ਤੁਹਾਨੂੰ ਮਿਲਦੇ ਪਏ ਨੇ। ਅਸੀਂ ਮੈਨੂੰ ਲੱਗਦਾ ਹਰ ਚੀਜ਼ ਤੋਂ ਵਾਂਝੇ ਹੁੰਦੇ ਜਾ ਰਹੇ ਹਾਂ। ਸਿੱਖਿਆ ਸਾਡੀ ਰਣਵੀਰ ਜੀ, ਉਹਦਾ ਨਿੱਜੀਕਰਨ ਹੋ ਚੁੱਕਿਆ ਹੈਗਾ, ਅਤੇ ਉਸ ਜਿੰਨੀ ਸਰਮਾਏਦਾਰ ਲੋਕ ਨੇ ਉਹਨਾਂ ਦੇ ਅਧੀਨ ਆ ਚੁੱਕੀ ਹੈ। ਸਿਹਤ ਸਾਡੀ, ਉਹ ਦੇਖੋ ਸਾਰੀ ਨਿੱਜੀਕਰਨ ਹੋ ਚੁੱਕਿਆ ਸਿਹਤ ਦਾ। ਅਤੇ ਸਾਡੀ ਸੁਰੱਖਿਆ ਕਿੱਥੇ ਹੈ? ਕਿੱਥੇ ਸਾਨੂੰ ਰੋਜ਼ ਦੇਖਦੇ ਹੋ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਪਈਆਂ ਨੇ। ਨਾ ਅਸੀਂ ਨਾ ਅਸੀਂ ਸਮਾਜੀ ਤੌਰ ਸੁਰੱਖਿਅਤ ਹਾਂ, ਨਾ ਅਸੀਂ ਵੈਸੇ ਸੁਰੱਖਿਅਤ ਹੈਗੇ ਹਾਂ। ਅਤੇ ਸਨਮਾਨ ਕਿੱਥੇ ਹੈ ਸਾਡਾ? ਆਤਮ ਸਨਮਾਨ ਦੀ ਗੱਲ ਕਰਦੇ ਹਾਂ, ਜਿਸ ਦੇਸ਼ ਦੇ ਵਾਸਤੇ ਸਾਡਾ ਆਤਮ ਸਨਮਾਨ ਇਹ ਹੈਗਾ। ਸਨਮਾਨ ਕਿੱਥੇ ਲੋਕਾਂ ਨੂੰ? ਲੋਕੀ ਬੇਜ਼ਾਰ ਹੋਏ ਪਏ ਨੇ, ਸਾਰਾ ਕੁਛ ਬੇਬਸ ਲੋਕ ਨੇ ਜੀ। ਅੱਜ ਬਟਾਲੇ ਦੀ ਦੇਖ ਲਓ, ਹਸਪਤਾਲ 'ਚ ਕੀ ਹੋਇਆ? ਇੱਕ ਬੰਦਾ ਚੈਰੀਟੇਬਲ ਹਸਪਤਾਲ ਚਲਾ ਰਿਹਾ ਹੈਗਾ, ਅਤੇ ਪੁਲਿਸ ਨੇ ਉਹਦੇ ਅੰਦਰ ਗਈ, ਠੀਕ ਹੈ, ਗਲਤ ਫਹਿਮੀ ਹੋ ਗਈ ਪੁਲਿਸ ਨੂੰ ਸਮਝਣ 'ਚ, ਜਾਂ ਉਹ ਹਸਪੀਟਲ ਦੇ ਮਾਲਕ ਦੇ ਵਿੱਚ, ਅਤੇ ਉਹਦੇ 17 ਬੰਦੇ ਦੇ ਪਰਚਾ ਦਰਜ ਕਰਤਾ ਉਹਨਾਂ ਨੇ, ਉਹ ਚੈਰੀਟੇਬਲ ਹਸਪੀਟਲ। ਪਰ ਜੇ ਲੋਕ ਉੱਥੇ ਈਗੋ ਦਾ ਸਵਾਲ ਆ ਗਿਆ ਪੁਲਿਸ ਨੂੰ ਕਿ ਸਾਡੀ ਈਗੋ ਤੇ ਬੰਦੇ ਨੇ ਸਾਡੇ ਮੂਹਰੇ ਇਹ ਬੋਲਤਾ, ਉਹਨਾਂ ਦੀ ਈਗੋ ਲੈ ਗਈ ਹੈਗੀ। ਉਹ ਕਹਿ ਰਹੇ ਕਿ ਸਰਕਾਰੀ ਡਿਊਟੀ 'ਚ ਤੁਸੀਂ ਵਿਘਨ ਪਾ ਤੁਹਾਡੀ ਹੁਣ ਕਿੱਥੇ ਗਿਆ ਸਨਮਾਨ ਤੁਹਾਡਾ ਜੀ ਇਸ ਦੇਸ਼ ਵਿੱਚ ਰਹਿਣ ਦਾ? ਹਰ ਪਾਸੇ ਦੇਖੋ, ਹਰ ਕਿਸੇ ਨੂੰ ਵਿਚੋੜਿਆ ਜਾ ਰਿਹਾ ਹੈਗਾ, ਬਸ ਇਹੀ। ਪਰ ਇਹਦੇ ਵਿੱਚ ਇੱਕ ਹੋਰ ਹੈ ਕਿ ਜਨਧਨ ਖਾਤਿਆਂ ਦੀ ਗੱਲ ਹੁੰਦੀ ਹੈ ਕਿ 500-500 ਰੁਪਏ ਪਵਾਤਾ, ਕਿਸਾਨਾਂ ਦੀ ਗੱਲ ਹੁੰਦੀ ਹੈ ਕਿ 2-2 ਹਜ਼ਾਰ ਰੁਪਏ ਪਵਾਤਾ, ਸਿਲੰਡਰਾਂ ਦੀ ਗੱਲ ਹੁੰਦੀ ਹੈ ਕਹਿੰਦੇ ਉਹ ਮੁਫਤ ਦੇ ਦਿੱਤੇ। ਦੇਖੋ ਉਹ ਮੂੰਹ ਬੰਦ ਕਰਾਉਣ ਲਈ ਕੀਤਾ ਗਿਆ ਕਿ 500 ਰੁਪਏ ਨਾਲ ਤੁਸੀਂ 1 ਮਹੀਨੇ ਦਾ ਅਨਾਜ ਲੈ ਸਕਦੇ ਹੋ, ਬਿਜਲੀ ਦਾ ਬਿੱਲ ਭਰ ਸਕਦੇ ਹੋ, ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਹੈਗੇ। ਤੁਸੀਂ ਇਹਨਾਂ ਨੇ ਕਾਰਡਾਂ ਦੀ ਯੋਜਨਾ ਬਣਾਈ ਸੀ ਵੀ ਤੁਹਾਨੂੰ 5 ਲੱਖ ਤੱਕ ਸਰਕਾਰ ਤੁਹਾਨੂੰ ਸਿਹਤ ਬੀਮਾ ਦੇਵੇਗੀ। ਤਾਂ ਕਿੱਥੇ ਸਿਹਤ ਬੀਮਾ ਜੀ? ਰੋਜ਼ ਕੈਂਸਰ ਨਾਲ ਇੰਨੇ ਪੇਸ਼ੈਂਟ ਮਰਦੇ ਪਏ ਨੇ, ਤੁਸੀਂ ਸਾਰਾ ਕੁਛ ਸਿਹਤ ਬੀਮਾ ਚੱਕ ਕੇ ਯੂਪੀ ਬਿਹਾਰ 'ਚ ਬਣਤਾ ਕਿ ਪੰਜਾਬ 'ਚ ਲੋਕ ਨਹੀਂ ਲੈਂਦੇ ਹੈਗੇ।
ਸਭ ਨੂੰ ਬਰਾਬਰ ਦੇ ਹੱਕ ਮਿਲਣਾ ਮਤਲਬ ਚਾਹੀਦਾ 500 ਰੁਪਏ ਨਾਲ ਤਾਂ ਅੱਜ ਜੇ ਕਹੀਏ ਵੀ ਚਾਹ ਦਾ ਕੱਪ ਤੁਸੀਂ ਪੀ ਲਓ ਜਾਂ ਕੁਝ ਨਾਲ ਹੋਰ ਖਾ ਲਓ, ਜਿਹੜਾ ਰੋਜ਼ਮਰਾ ਦਾ ਉਹ ਤਾਂ ਕੰਮ ਹੈਗਾ। ਜਦੋਂ ਇਲੈਕਸ਼ਨ ਦੇਖੋ ਸਾਡੇ ਨਾ ਜਿਹੜੀ ਸਾਡੀ ਮਾਨਸਿਕਤਾ ਵੀ ਗਰੀਬ ਹੋ ਚੁੱਕੀ ਹੈ ਅਸਲ 'ਚ। ਸਰਕਾਰਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਵੋਟ ਕਿੱਦਾਂ ਕੈਸ਼ ਕਰਨੀ ਹੈਗੀ ਆ। ਵੋਟ ਪ੍ਰਬੰਧ 'ਤੇ ਵੀ ਸਰਕਾਰ ਨੇ ਕੰਮ ਕਰਨਾ ਸ਼ੁਰੂ ਕਰਤਾ ਹੈਗਾ, ਤੇ ਉਹ ਜੇ ਗਰੀਬ ਮਾਨਸਿਕਤਾ ਹੈਗੀ ਹੈ ਲੋਕਾਂ ਦੀ ਜਿਨ੍ਹਾਂ ਲਈ ਇਹ ਬਹੁਤ ਹੈ, ਤਾਂ ਉਹੀ ਵੋਟਰ ਨੇ ਜੀ, ਤੇ ਉਹ ਵੋਟ ਦੇ ਦਿੰਦੇ ਸਰਕਾਰ ਨੂੰ ਜੀ। ਇੱਕ ਐਜੂਕੇਟਡ ਬੰਦਾ ਜਿਹਦੇ ਕੋਲ 4 ਮੀਡੀਓਕਰ ਮੀਡੀਅਮ ਲੈਵਲ ਦਾ ਬੰਦਾ, ਉਹ ਸੋਚੂਗਾ ਸਾਰਾ ਕੁਝ ਕਰਨ ਤੋਂ ਪਹਿਲਾਂ, ਤੇ ਉਹ ਉਹਨੂੰ ਵੋਟ ਦੇ ਦੇਗਾ। ਸਰਕਾਰਾਂ ਤੁਸੀਂ ਚੁਣੀਆਂ ਨੇ, ਸਰਕਾਰਾਂ ਸਹੀ ਗਲਤ ਚੋਣ ਤੁਸੀਂ ਆਪ ਕਰਨੀ ਹੈਗੀ ਹੈ। ਤੁਸੀਂ ਸਰਕਾਰਾਂ ਗਲਤ ਚੁਣੋਗੇ ਤਾਂ ਗਲਤ ਨਤੀਜੇ ਆਉਣਗੇ। ਪਰ ਚਲੋ ਇੱਕ ਇਹ ਪਾਸਾ ਤਾਂ ਚਲੋ ਆਮ ਲੋਕਾਂ ਦੀ ਗੱਲ ਹੋਊਗੀ, ਆਮ ਲੋਕਾਂ ਦੀ ਰਾਏ ਹੋਊਗੀ। ਜਦੋਂ ਤੁਸੀਂ ਸਰਕਾਰ ਵਾਲੇ ਪਾਸੇ ਤੋਂ ਸੋਚਦੇ ਹੋ ਤਾਂ ਅਸੀਂ ਸੁਣਦੇ ਹਾਂ ਕਿ ਕੈਪਟਨ ਸਾਹਿਬ ਕਹਿੰਦੇ ਨੇ ਕਿ ਰੈਵਨਿਊ ਘਟ ਗਿਆ, ਮਨਪ੍ਰੀਤ ਬਾਦਲ ਕਹਿੰਦੇ ਨੇ ਕਿ ਸਾਡਾ 88,000 ਕਰੋੜ ਦਾ ਸੀਗਾ 22,000 ਕਰੋੜ ਦਾ ਨੁਕਸਾਨ ਹੋ ਗਿਆ, ਕਿ ਸਾਡੇ ਕੋਲ ਦੇਣ ਲਈ ਕੁਝ ਨਹੀਂ ਹੈਗਾ, 2.5 ਲੱਖ ਕਰੋੜ ਰੁਪਏ ਦਾ ਪਹਿਲਾਂ ਕਰਜ਼ਾ। ਸਾਡੇ ਦੇਸ਼ ਦਾ ਸੁਧਾਰ ਅਸੀਂ ਕਰਨਾ ਚਾਹੁੰਦੇ ਹਾਂ, ਸਾਨੂੰ ਚਾਈਨਾ ਦੀ ਪਾਲਿਸੀ ਅਡਾਪਟ ਕਰਨੀ ਪੈਣੀ ਹੈ। ਸਾਨੂੰ ਚਾਈਨਾ ਵਰਗਾ ਇੱਥੇ ਮਾਹੌਲ ਬਣਾਉਣਾ ਪੈਣਾ, ਜਿਸ ਤਰ੍ਹਾਂ ਚਾਈਨਾ ਦੇ ਮੈਨੂਫੈਕਚਰਿੰਗ ਇੰਡਸਟਰੀ ਹੈ, ਉਹ ਜਿਸ ਤਰ੍ਹਾਂ ਦੇ ਕਾਨੂੰਨ ਨੇ, ਸਖਤ ਕਾਨੂੰਨ ਨੇ, ਤੇ ਉਹ ਸਾਰਾ ਕੁਝ ਸਾਨੂੰ ਸੁਧਾਰਨ ਦੀ ਲੋੜ ਹੈ। ਸਾਨੂੰ ਜਿਹੜੇ ਸਾਡੇ ਆਰਥਿਕ ਸੁਧਾਰ ਨੇ ਉਹਨਾਂ 'ਚ ਬਹੁਤ ਜ਼ਿਆਦਾ ਜ਼ਰੂਰਤ ਹੈ ਵੀ ਅਸੀਂ ਉਹਦੇ ਸੋਧ ਕਰੀਏ। ਅਸੀਂ ਆਪਣੇ ਆਪ ਨੂੰ ਆਤਮ ਨਿਰਭਰ ਬਣਾਉਣਾ ਦੇਸ਼ ਨੂੰ। ਅਸੀਂ ਦੇਖੋ ਇੰਡਸਟਰੀ ਆਊਗੀ ਤਾਂ ਰੁਜ਼ਗਾਰ ਆਉਣਾ ਹੈਗਾ। ਅਸੀਂ ਸਾਰੀ ਇੰਡਸਟਰੀ ਤਾਂ ਚਾਈਨਾ 'ਤੇ ਡਿਪੈਂਡ ਹੋ ਗਏ, ਸਾਰਾ ਕੁਝ ਚਾਈਨਾ 'ਤੇ ਇੰਪੋਰਟ ਕਰਨ ਲੱਗ ਗਏ ਅਸੀਂ। ਇੱਥੇ ਲੋਕਾਂ ਨੂੰ ਰੁਜ਼ਗਾਰ ਕਿੱਥੇ ਮਿਲਣਾ ਹੈਗਾ। ਸਾਨੂੰ ਹੁਣ ਗੱਲ ਇਹ ਹੈ ਵੀ ਸਾਡੇ ਕੋਲ 100 ਰੁਪਈਆ ਸਾਡੀ ਇਨਕਮ ਆ। ਮੈਂ ਤੁਹਾਨੂੰ ਛੋਟਾ ਜਿਹਾ ਗੱਲ ਸਮਝਾ ਦਿੰਦਾ, ਚਾਹੇ ਕੇਂਦਰੀ ਸਰਕਾਰ ਸੈਂਟਰਲ ਗੌਰਮੈਂਟ ਹੈ, ਚਾਹੇ ਕਿਸੇ ਵੀ ਸੂਬੇ ਦੀ ਸਰਕਾਰ ਆ, ਸਾਰਿਆਂ ਦੇ ਬਜਟ ਡੈਫੀਸਿਟ ਨੇ, ਘਾਟੇ 'ਚ ਨੇ। ਵੀ 100 ਰੁਪਏ ਦਾ ਇਨਕਮ ਆ, 150 ਦਾ ਖਰਚਾ ਹੈਗਾ। ਜਦੋਂ ਤੱਕ ਸਰਕਾਰ ਇਹ ਨਿਯਮ ਨਹੀਂ ਬਣਾਊਗੀ ਵੀ 100 ਰੁਪਏ ਦੀ ਇਨਕਮ ਅਸੀਂ 130 ਰੁਪਏ ਲੈ ਕੇ ਜਾਣੀ ਆ, ਤਾਂ ਤੁਸੀਂ ਲੋਕਾਂ ਦੇ GST ਟੈਕਸ ਨਹੀਂ ਲਾਉਣਾ ਹੈਗਾ, ਸਪੈਸ਼ਲ ਸਬਸਿਡੀ ਡਿਊਟੀ ਨਹੀਂ ਲਾਉਣੀ ਹੈਗੀ। ਉਹ ਅਸੀਂ ਆਪਣੇ ਜਿਹੜੇ ਵਿੱਤੀ ਸਾਧਨ ਨੇ, ਅਸੀਂ ਹੋਰ ਸਰੋਤ ਪੈਦਾ ਕਰੀਏ, ਹੋਰ ਵੱਖਰੇ ਸਾਧਨ ਪੈਦਾ ਕਰੀਏ। ਸਾਡੇ ਦੇਸ਼ ਦੇ ਵਿੱਚੋਂ ਬਾਹਰਲੇ ਦੇਸ਼ਾਂ 'ਚ ਐਕਸਪੋਰਟ ਹੋਵੇ, ਸਾਡੇ ਮੈਨੂਫੈਕਚਰਿੰਗ ਇੰਡਸਟਰੀ ਸਾਰੀ ਦੁਨੀਆ ਦੀ ਇੱਥੇ ਸਾਡੇ ਕੋਲ ਆ ਜਾਵੇ। ਅਸੀਂ ਇਨਕਮ ਦੇ ਜਿਹੜੇ ਸਰੋਤ ਨੇ ਉਹ ਵਧਾ ਲਈਏ, ਸਾਡੇ ਸਾਧਨ ਨੇ। ਅਸੀਂ ਲੋਕਾਂ ਦੇ ਇਹ ਮਤਲਬ ਇਹ ਨਹੀਂ ਇਨਕਮ ਵਧਾਉਣੀ ਹੈ। ਜਿਵੇਂ ਹੁਣ ਸਰਕਾਰ ਨੇ ਕੀ ਕੀਤਾ ਜੀ, 26 ਲੱਖ ਕਰੋੜ ਇਹਨਾਂ GST ਦੀ ਕਲੈਕਸ਼ਨ ਸੀ। ਸਰਕਾਰ ਨੇ ਡਿਪਾਰਟਮੈਂਟ ਨੂੰ ਕਹਿਤਾ 32 ਲੱਖ ਕਰੋੜ ਰੁਪਏ ਇਕੱਠਾ ਕਰਕੇ ਦਿਓ, ਤੇ ਉਹਨੇ 32 ਲੱਖ ਕਰੋੜ ਡਿਪਾਰਟਮੈਂਟ ਨੇ ਕਿੱਥੋਂ ਇਕੱਠਾ ਕਰਨਾ? ਇਨਕਮ ਟੈਕਸ ਨੇ ਲੋਕਾਂ ਨੂੰ ਦੱਬ ਲੈਣਾ, GST ਨੂੰ ਦੱਬ ਲੈਣਾ ਹੈਗਾ। ਇਹ ਕੋਈ ਮਤਲਬ ਤੁਹਾਡੀ ਤਰੱਕੀ ਨਹੀਂ ਹੈਗੀ। ਜੇ ਤੁਸੀਂ ਕਹੋਗੇ ਸਾਡੇ ਆਰਥਿਕ ਸੁਧਾਰ ਹੋ ਨੇ, ਆਰਥਿਕ ਸੁਧਾਰ ਨਹੀਂ ਹੈਗੇ 26 ਲੱਖ ਦਾ। ਆਰਥਿਕ ਸੁਧਾਰ ਇਹ ਨੇ ਵੀ ਹਾਂ ਤੁਹਾਡੇ ਦੇਸ਼ ਦੇ ਵਿੱਚ ਜਿਹੜਾ ਐਕਸਪੋਰਟ ਸੀਗਾ ਅੱਜ 1.5 ਲੱਖ ਕਰੋੜ ਦਾ ਸੀਗਾ, ਅਸੀਂ ਇਸ ਸਾਲ 6 ਲੱਖ ਕਰੋੜ ਕਰਤਾ ਹੈਗਾ। ਸਾਡੇ ਦੇਸ਼ ਦੇ ਵਿੱਚ ਨਵਾਂ ਰੁਜ਼ਗਾਰ ਇਸ ਸਾਲ 50 ਲੱਖ ਆਇਆ। ਉਹ ਤਾਂ ਆਊਗਾ ਅਸੀਂ ਦੇਸ਼ ਦੇ ਵਿੱਚ ਇੱਕ ਵਧੀਆ ਇੰਡਸਟਰੀ ਡਿਵੈਲਪ ਕਰਾਂਗੇ, ਮੈਨੂਫੈਕਚਰਿੰਗ ਇੰਡਸਟਰੀ ਕਰਾਂਗੇ, ਤੇ ਸਕਿਲਡ ਅਸੀਂ ਵਰਕਰ, ਅਸੀਂ ਸਕਿਲਡ ਲੇਬਰ ਆ, ਸਕਿਲਡ ਐਜੂਕੇਸ਼ਨ ਨੂੰ ਡਿਵੈਲਪ ਕਰਾਂਗੇ ਦੇਸ਼ ਦੇ ਵਿੱਚ, ਤਾਂ ਇਹ ਸੁਧਾਰ ਵਧਣਾ ਹੈ। ਅੱਛਾ, ਇੱਕ ਜਦੋਂ ਵੀ ਕੋਈ ਨਵੀਂ ਸਰਕਾਰ ਬਣਦੀ ਹੈ ਜਾਂ ਬਣਨੀ ਹੁੰਦੀ ਹੈ, ਉਦੋਂ ਬਹੁਤ ਵਾਰ ਇਹ ਕਹਿੰਦੇ ਨੇ ਕਿ ਅਸੀਂ ਆਪਣੇ ਖਰਚੇ ਘਟਾਵਾਂਗੇ। ਅਸੀਂ ਕੈਬਨਿਟ ਬਹੁਤ ਰੌਲਾ ਪਿਆ ਕਿ ਪ੍ਰਧਾਨ ਮੰਤਰੀ ਮੋਦੀ ਜਦੋਂ ਪਹਿਲੀ ਵਾਰ ਬਣੇ ਕਿ ਅਸੀਂ ਕੈਬਨਿਟ ਛੋਟੀ ਰੱਖਾਂਗੇ, ਖਰਚੇ ਘੱਟ ਕਰਾਂਗੇ, VIP ਕਲਚਰ ਘਟਾਵਾਂਗੇ। ਪੰਜਾਬ ਸਰਕਾਰ ਜਦੋਂ ਕਾਂਗਰਸ ਦੀ ਸਰਕਾਰ ਬਣੀ ਉਹ ਵੀ ਕਹਿੰਦੇ ਕਿ ਅਸੀਂ ਲਾਲ ਬੱਤੀਆਂ ਨਹੀਂ ਲਾਉਣੀਆਂ, VIP ਕਲਚਰ ਘਟਾ ਦੇਣਾ, ਕਿ ਆਪਣੇ ਖਰਚੇ ਘਟਾਉਣੇ। ਮੈਂ ਤੁਹਾਨੂੰ ਦੱਸਦਾ ਖਰਚੇ ਨਹੀਂ ਸੁਣ ਲਓ। ਹੁਣ ਜੇ ਦਿੱਲੀ ਦੀ ਸਰਕਾਰ ਦਾ ਖਰਚਾ ਹੈਗਾ, ਦਿੱਲੀ ਮਤਲਬ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਕੇਂਦਰੀ ਬਿਊਰੋਕਰੇਟਸ ਨੇ ਵੱਡੇ, ਤੇ ਸਾਡੇ MPs ਨੇ, ਸਾਡੇ ਸੈਂਟਰਲ ਮਿਨਿਸਟਰ ਨੇ, ਉਹਨਾਂ ਦਾ ਬਜਟ ਪਹਿਲਾਂ 450 ਕਰੋੜ ਦਾ ਹੁੰਦਾ ਸੀ ਜੀ, ਤੇ ਹੁਣ ਜਿਹੜੀ ਤਜਵੀਜ਼ ਲੈ ਕੇ ਆਏ ਨੇ ਬਜਟ ਦੇ ਵਿੱਚ ਉਹਨੂੰ 700 ਕਰੋੜ ਦੀ ਕਰਨ ਦੀ ਕੀਤੀ ਗਈ ਹੈ। ਇਹ ਤਾਂ ਕਹਿਣ ਦੀ ਗੱਲਾਂ ਸੀ ਵੀ ਅਸੀਂ ਘਟਾਵਾਂਗੇ, ਉਹ ਤਾਂ ਵਧਾ ਲਿਆ ਇਹਨਾਂ ਨੇ, 700 ਕਰੋੜ ਕਰ ਲਿਆ 450 ਕਰੋੜ ਤੋਂ। ਜਿਹੜਾ ਇਸ ਸਾਲ ਦਾ ਬਜਟ ਆਇਆ, ਜਿਹੜਾ ਓਵਰਆਲ ਖਰਚਾ ਹੈਗਾ 6 ਲੱਖ ਕਰੋੜ ਦਾ ਸਾਲ ਦਾ ਖਰਚਾ ਸਰਕਾਰ ਦੇ, ਜਿੰਨੇ ਸਰਕਾਰੀ ਡਿਪਾਰਟਮੈਂਟ ਨੂੰ ਤਨਖਾਹਾਂ ਤੇ ਹੋਰ ਖਰਚੇ ਉਹ ਵਧਾ ਕੇ ਇਹਨਾਂ ਨੇ 7.5 ਲੱਖ ਕਰੋੜ ਕਰ ਲਿਆ ਹੈਗਾ। ਇਹ ਤਾਂ ਇੱਕ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਆ, ਤੇ ਲੋਕੀ ਬੇਵਕੂਫ ਬਣਦੇ ਪਏ ਨੇ ਕਿ ਲੋਕੀ ਅਨਪੜ੍ਹ ਨੇ। ਹੁਣ ਲੋਕੀ ਕਈ ਕਹਿੰਦੇ ਆ ਅਸੀਂ ਮੋਦੀ ਭਗਤ ਹਾਂ। ਦੇਖੋ ਤੁਸੀਂ ਮੋਦੀ ਭਗਤ ਬਣੋ, ਉਹਨਾਂ ਦੀ ਆਈਡੀਓਲੋਜੀ ਤੁਹਾਨੂੰ ਚੰਗੀ ਲੱਗਦੀ, ਤੁਹਾਡਾ ਸੰਵਿਧਾਨਿਕ ਅਧਿਕਾਰ ਆ, ਤੁਸੀਂ ਉਹਨਾਂ ਨੂੰ ਫੋਲੋ ਕਰੋ। ਮੈਂ ਇਹ ਨਹੀਂ ਕਹਿੰਦਾ ਤੁਹਾਡੀ ਆਪਣਾ, ਪਰ ਤੁਸੀਂ ਕੀ ਦੇਖੋ ਵੀ ਤੁਹਾਡੇ ਦੇਸ਼ ਲਈ ਕੀ ਸਹੀ ਹੋ ਰਿਹਾ, ਕੀ ਗਲਤ ਹੋ ਰਿਹਾ ਹੈਗਾ। ਤੁਸੀਂ ਕਈ ਕੰਪੈਰੀਜ਼ਨ ਕਰੀ ਜਾਂਦੇ ਹੋ। ਇਹ ਤਾਂ ਜੀ ਮਨਮੋਹਨ ਸਿੰਘ ਨੂੰ ਚੰਗਾ ਸੀਗਾ, ਜਾਂ ਮਨਮੋਹਨ ਸਿੰਘ ਤੋਂ ਮਾੜਾ ਸੀ। ਸ਼ਾਇਦ ਮਨਮੋਹਨ ਸਿੰਘ ਇਸ ਤੋਂ ਚੰਗਾ ਹੁੰਦਾ ਜੀ, ਉਹਦੀ ਆਈਡੀਓਲੋਜੀ ਅਡਾਪਟ ਕਰਦੇ ਪਏ ਨੇ। ਤੁਸੀਂ ਇਹ ਦੇਖੋ ਵੀ ਕੀ ਦੇਸ਼ ਦਾ ਵਿਕਾਸ ਹੋਇਆ। ਧਾਰਨਾ ਤੁਸੀਂ ਜਿਹੜੀ ਮਰਜ਼ੀ ਲਓ। ਅੱਛਾ, ਇੱਕ ਮੈਂ ਹੁਣ ਥੋੜ੍ਹੇ ਦਿਨ ਪਹਿਲਾਂ ਦੀ ਗੱਲ ਪੜ੍ਹ ਰਿਹਾ ਸੀਗਾ ਕਿ ਜਿਹੜੀ IAS ਲੌਬੀ ਹੈ, ਉਹਨਾਂ ਨੇ ਇੱਕ ਪਾਸ ਕਰਾਇਆ ਕਿ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਸੇਵਾਦਾਰ ਨੇ, ਉਹਨਾਂ ਦਾ ਜਿਹੜਾ ਖਰਚਾ ਹੈ ਉਹ ਵੀ ਸਰਕਾਰ ਚੁੱਕੂਗੀ। 3 ਕਰੋੜ ਰੁਪਏ ਦਾ ਕਰੀਬ ਇਸ ਤਰ੍ਹਾਂ ਦਾ ਬਿੱਲ ਸੀਗਾ। ਇੱਕ ਹੋਰ ਗੱਲ ਵੀ ਸਾਹਮਣੇ ਆਈ ਕਿ ਜਿਹੜੇ MLAs ਦੀਆਂ ਤਨਖਾਹਾਂ ਨੇ, ਜਿਹੜੇ ਉਹਨਾਂ ਦੇ ਇਨਕਮ ਟੈਕਸ ਹੈ, ਉਹ ਵੀ ਸਰਕਾਰ
ਭਰਦੀ ਹੈ। ਹਮੇਸ਼ਾ ਇਹ ਹੁੰਦਾ ਕਿ EMPLOYEES ਦੇ ਖੇਤਰ ਦੇ ਵਿੱਚ ਜੇ EMPLOYE ਨੂੰ ਤਨਖਾਹ ਮਿਲਦੀ ਹੈ, ਜਿਹੜਾ ਉਹਦਾ ਟੈਕਸ ਲੱਗਦਾ ਤਾਂ ਉਹ ਖੁਦ ਆਪਣੀ ਤਨਖਾਹ 'ਚੋਂ ਭਰਦਾ। ਪਰ ਆਪਣੇ ਸਰਕਾਰਾਂ ਦੇ ਜਿਹੜੇ ਕਾਨੂੰਨ ਬਣਾਏ ਹੋਏ ਨੇ ਉਹ ਇਸ ਢੰਗ ਦੇ ਨੇ ਕਿ ਜੇ ਤਨਖਾਹ ਤੋਂ ਬਾਅਦ ਟੈਕਸ ਲੱਗਣਾ ਤਾਂ ਵੀ ਸਰਕਾਰ ਪੇ ਕਰੂ। ਦੇਖੋ ਸਾਡੇ ਸੰਵਿਧਾਨ ਦੇ ਵਿੱਚ ਬਹੁਤ, ਮੈਂ ਤੁਹਾਨੂੰ ਕੀ ਗੱਲਾਂ ਕਰਦਾ ਹੁਣ ਵੀ ਬਹੁਤ ਹੀ ਬਦਲਾਅ ਦੀ ਲੋੜ ਹੈ। ਇਸ ਦੇਸ਼ ਨੂੰ ਬਿਊਰੋਕ੍ਰੈਟਿਕ ਸਿਸਟਮ ਚਲਾ ਰਿਹਾ ਹੈਗਾ। ਇੱਕ ਮੰਤਰੀ ਤਾਂ ਅਨਪੜ੍ਹ, ਸਾਡਾ ਸੂਬੇ ਦਾ ਸਿੱਖਿਆ ਮੰਤਰੀ 10 ਪੜ੍ਹਿਆ ਹੋਇਆ ਹੈ ਕਿ ਉਹ ਸਿੱਖਿਆ ਵਿਭਾਗ ਚਲਾ ਸਕਦਾ ਹੈ? ਨੋ ਜੀ, ਉਹ ਤਾਂ ਜਿਹੜਾ ਬਿਊਰੋਕਰੇਟ ਹੈ ਉਹ ਚਲਾ ਰਿਹਾ। ਉਹ ਇੱਕ ਫਾਈਲ ਬਣਾ ਕੇ ਲੈ ਕੇ ਆਉਂਦਾ, ਇੱਕ ਪਾਲਿਸੀ ਬਣਾ ਕੇ ਲੈ ਕੇ ਆਉਂਦਾ ਤੇ ਉਹ ਮੰਤਰੀ ਸਾਹਿਬ ਦੱਸਦਾ ਵੀ ਇਦਾਂ ਹੈ। ਉਹ ਕਹਿੰਦਾ ਠੀਕ ਹੈ ਯਾਰ, ਜਦ ਤੁਹਾਡੇ 'ਚ ਇਹ क्षमता ਹੀ ਨਹੀਂ ਹੈਗੀ ਵੀ ਕਿਹੜਾ ਸਹੀ ਫੈਸਲਾ ਸੀ ਕਿੱਦਾਂ ਲੈਣਾ, ਵੀ ਇਹ ਫੈਸਲਾ ਸਹੀ ਹੈ ਗਲਤ ਹੈ, ਇਹ ਤੁਹਾਨੂੰ ਗਿਆਨ ਨਾਲ ਆ ਸਕਦਾ, ਚੇਤਨਾ ਨਾਲ ਆ ਸਕਦਾ ਹੈਗਾ। ਸਾਡੇ ਮੰਤਰੀਆਂ ਦਾ ਇਹ ਹਾਲ ਦੇਖ ਲਓ। ਬਿਊਰੋਕਰੇਟ ਦਾ ਸਿਸਟਮ ਇੰਨਾ ਮਜ਼ਬੂਤ ਹੈ, ਉਹ ਮੰਤਰੀਆਂ ਨੂੰ ਮਜ਼ਬੂਤ ਮੈਂ ਮੰਨਦਾ ਉਹਨਾਂ ਨੂੰ, ਜੋ ਮੇਰੀ ਪਰਸਨਲ ਸੋਚ ਹੈਗੀ ਹੈ। ਦੇਖੋ, ਤੇ ਉਹ ਜਿਹੜਾ ਬਿਊਰੋਕਰੇਟਿਕ ਸਿਸਟਮ ਨਹੀਂ ਚੇਂਜ ਹੋਊ ਜਦ ਤੱਕ ਇਹ ਕਰਪਸ਼ਨ ਨਹੀਂ ਖਤਮ ਹੋਣੀ। ਕੀ ਤੁਸੀਂ ਮੰਨਦੇ ਹੋ? ਅਸੀਂ ਰੋਜ਼ ਖਬਰਾਂ ਪੜ੍ਹਦੇ ਹਾਂ, ਇੱਕ ਪਟਵਾਰੀ 500 ਰੁਪਏ ਲੈਂਦਾ ਫੜਿਆ ਗਿਆ, ਇੱਕ ਲਾਈਨਮੈਨ ਦੀ 1000 ਰੁਪਏ ਲੈਂਦਾ ਫੜਿਆ ਗਿਆ। ਕੀ ਉਸ ਤੋਂ ਉੱਪਰ ਰਿਸ਼ਵਤ ਨਹੀਂ ਹੈਗੀ? ਪਟਵਾਰੀ ਅੱਜ ਤੱਕ ਕੋਈ ਸੀਨੀਅਰ ਅੱਜ ਤੱਕ ਕੋਈ ਸੀਨੀਅਰ ਅਫਸਰ ਫੜਿਆ ਬਿਊਰੋਕਰੇਟ ਵੱਡਾ, ਕੋਈ IAS IPS ਕੋਈ ਫੜਿਆ? ਕੀ ਉੱਥੇ ਕਰਪਸ਼ਨ ਨਹੀਂ ਹੋ ਰਹੀ? ਕਰਪਸ਼ਨ ਤਾਂ ਉੱਥੇ ਹੋ ਰਹੀ ਹੈ ਵੱਡੀ। ਇਹਨਾਂ ਨੇ ਸਿਸਟਮ ਨਹੀਂ ਬਣਾਇਆ ਉਹਨੂੰ ਫੜਨ ਦਾ। ਕਿਸੇ ਨੂੰ ਫੜਨਾ ਤੇ 36 ਤਰ੍ਹਾਂ ਦੀ ਅਪਰੂਵਲ ਜਿਹਨੂੰ ਹਲੇ ਪਤਾ ਲੱਗਦਾ ਵੀ ਮੇਰੇ ਤੇ ਰੇਡ ਹੋਣ ਵਾਲੀ ਹੈ। ਕੋਈ ਅੱਗੇ ਬਦਲਾ ਨਹੀਂ। ਜਿਹਨੇ ਫੜਨਾ, ਜਿਹਨੇ ਚੋਰੀ ਕਰਨੀ ਉਹੀ ਫੜਨੇ ਵਾਲੇ ਨੇ ਜੀ। ਕੋਈ ਅਲੱਗ ਸਾਈਡ ਤੋਂ ਲੌਬੀ ਨਹੀਂ ਹੈਗੀ ਵੀ ਕੋਈ ਅਲੱਗ ਤੋਂ ਏਜੰਸੀ ਹੋਵੇ ਜਿਹੜੀ ਇਹਨਾਂ ਨੂੰ ਫੜ ਸਕੇ। ਕੋਈ ਇੰਡੀਪੈਂਡੈਂਟ ਏਜੰਸੀ ਹੋਵੇ, ਏਜੰਸੀ ਚਾਹੀਦੀ ਹੈ। ਸਖਤ ਕਾਨੂੰਨ ਚਾਹੀਦਾ। ਜਿਹੜਾ ਬੰਦਾ ਫੜਿਆ ਗਿਆ ਉਹਦੀ ਨਿੱਜੀ ਪ੍ਰਾਪਰਟੀ ਪਿਛਲੀ ਜ਼ਬਤ ਹੋ 3 ਸਾਲ ਜਿਹੜੀ ਉਹਦੀ ਆਪਣੀ ਪਰਿਵਾਰਕ ਹੋਊਗੀ ਤੇ ਉਹ 6 ਮਹੀਨੇ 'ਚ ਇਹਦਾ ਫੈਸਲਾ ਆਊਗਾ ਤੇ ਉਹਦੀ ਸਾਰੀ ਪ੍ਰਾਪਰਟੀ ਜਿਹਦੀ ਜ਼ਬਤ ਹੋਊਗੀ। ਸਖਤ ਫੈਸਲੇ ਕਾਨੂੰਨ ਬਣਾਉਣ ਦੀ ਲੋੜ ਹੈਗੀ ਆ ਤਾਂ ਇਹਨਾਂ ਨੇ ਸੁਧਰਨਾ। ਨਹੀਂ ਤਾਂ ਇਹ ਤਾਂ ਰਾਜੇ ਨੇ। ਤੁਹਾਡੇ ਕੋਲੋਂ ਗੋਰੇ ਗਏ, ਬਰਾਊਨ ਆ ਗਏ, ਫਰਕ ਹੀ ਪਿਆ ਤੁਹਾਨੂੰ ਅੱਜ। ਬਿਲਕੁਲ। ਮਤਲਬ ਸਾਨੂੰ ਇਹੋ ਜਿਹੇ ਸਖਤ ਫੈਸਲੇ, ਮੋਦੀ ਸਾਹਿਬ ਤੇ ਸਾਨੂੰ ਬਹੁਤ ਉਮੀਦ ਸੀ, ਲੋਕਾਂ ਨੂੰ ਉਮੀਦ ਸੀ ਵੀ ਇੰਨੀ ਮੈਜੋਰਟੀ ਚਾਹੀਦੀ ਵੀ ਇਹੋ ਜਿਹੇ ਸਖਤ ਬਿਲ ਕਰਪਸ਼ਨ ਦੇ ਅਗੇਂਸਟ ਜ਼ਰੂਰ ਲੈ ਕੇ ਆਉਣਗੇ। ਪਰ ਉਹਨਾਂ ਨੇ ਬਹਿਨਾਂ ਔਰ ਭਾਈਆਂ ਤੋਂ ਬਿਨਾਂ ਕੁਝ ਨਹੀਂ ਕੀਤਾ ਹੈਗਾ ਜੀ। ਬਸ ਆਹੀ ਪਰ ਅਸੀਂ ਸੁਣਦੇ ਹਾਂ, ਅਸੀਂ ਜੇ ਪੰਜਾਬ ਦੀ ਵੀ ਗੱਲ ਕਰਦੇ ਇੱਥੇ ਵੀ ਸੁਣਦੇ ਹਾਂ ਕਿ ਜ਼ੀਰੋ ਟੋਲਰੈਂਸ। ਧਾਰਾ 370 ਠੀਕ ਹੈ, ਤੁਸੀਂ ਵਧੀਆ ਫੈਸਲਾ ਲਿਆ ਹੈਗਾ ਤੁਸੀਂ, ਪਰ ਉਹ ਇੱਕ ਦੁਨੀਆ ਦਾ ਮੁੱਦਾ ਸੀ ਬਹੁਤ ਵੱਡਾ। ਧਾਰਾ 370 50 'ਚ ਬੈਠਣ ਨੂੰ ਕੀ ਫਰਕ ਹੈ? ਕੀ ਧਾਰਾ 370 ਨਾ ਖੁੱਲ੍ਹਣ ਨਾਲ ਤੁਹਾਡੀ ਤਨਖਾਹ 10,000 ਤੋਂ 12,000 ਹੋ ਗਈ? ਤੁਹਾਨੂੰ ਆਰਥਿਕ ਲਾਹੇਵੰਦੀ ਕੀ ਹੋਈ ਹੈਗੀ? ਤੁਹਾਨੂੰ ਆਰਥਿਕ ਲਾਹੇਵੰਦੀ ਕੀ ਹੋਈ ਹੈ? ਤੁਹਾਨੂੰ ਜਿੱਥੇ ਜਦੋਂ ਆਮ ਪਬਲਿਕ ਨੂੰ ਆਰਥਿਕ ਲਾਹੇਵੰਦੀ ਹੋਏਗੀ, ਉਹਦਾ ਜਿਹੜਾ ਉਹਦੀ ਮਾਲੀ ਹਾਲਤ ਸੁਧਰੇਗੀ, ਫਿਰ ਅਸੀਂ ਮੰਨਾਂਗੇ ਸਾਡਾ ਵਿਕਾਸ ਹੋ ਰਿਹਾ ਹੈਗਾ। ਧਾਰਾ 370 ਠੀਕ ਹੈ, ਅੱਛਾ ਫੈਸਲਾ, ਦੇਸ਼ ਲਈ ਸਹੀ ਫੈਸਲਾ ਲਿਆ, ਜਿਹੜੇ ਚੰਗੇ ਕੰਮ ਕੀਤੇ ਚੰਗੇ, ਪਰ ਤੁਸੀਂ ਕਰਪਸ਼ਨ ਲਈ ਕੀ ਲਿਆ ਹੈਗਾ? ਉਹ ਤੁਸੀਂ ਸੋਚਿਆ ਕਦੇ? ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਰਪਸ਼ਨ ਹੈ, ਤੇ ਉਹਦੇ ਲਈ ਅੱਜ ਤੁਸੀਂ ਕੀ ਕੀਤਾ ਹੈਗਾ? ਬਿਲਕੁਲ। ਅਸੀਂ ਇਹ ਵੀ ਦੇਖਦੇ ਹਾਂ ਕਿ ਜੇ ਜਨਤਾ ਦਾ ਪੈਸਾ ਸਰਕਾਰ ਕੋਲ ਜਾਂਦਾ, ਘੁੰਮ ਕੇ ਜਨਤਾ ਕੋਲ ਆਉਂਦਾ ਵੀ ਹੈ, ਤਾਂ ਉਹਦੀ ਵੱਡੇ ਪੱਧਰ ਤੇ ਕਰਪਸ਼ਨ ਉਹਦੇ ਵਿੱਚ ਹੋ ਚੁੱਕੀ ਹੁੰਦੀ ਹੈ, ਸਾਨੂੰ ਲੱਗ ਚੁੱਕੀ ਹੁੰਦੀ ਹੈ। ਪਰ ਹੋਰ ਬਹੁਤ ਵੱਡੇ ਕਰਪਸ਼ਨ ਆਉਂਦੇ ਅਸੀਂ ਰੋਜ਼ ਦੇਖਦੇ ਹੈਗੇ। ਮਤਲਬ ਇਹ ਸਾਰਾ ਕੁਝ ਜਦ ਤੱਕ ਇੱਕ ਕਾਨੂੰਨ ਨਹੀਂ ਸਖਤ ਹੋਊਗਾ ਜੀ, ਸਾਨੂੰ ਸਾਡੇ ਸੰਵਿਧਾਨਿਕ ਬਦਲਾਅ ਦੀ ਬਹੁਤ ਜ਼ਰੂਰਤ ਹੈ। ਸਾਨੂੰ ਸਾਰਿਆਂ ਨੂੰ, ਸਾਡਾ ਜੋ ਸੰਵਿਧਾਨ ਦੇ ਵਿੱਚ ਸਿੱਖਿਆ ਦਾ ਪ੍ਰੋਗਰਾਮ ਹੈਗਾ, ਅਸੀਂ ਰਾਈਟ ਟੂ ਐਜੂਕੇਸ਼ਨ ਦੀ ਐਕਟ ਦੀ ਗੱਲ ਕਰਦੇ ਹਾਂ ਕਿ ਕਿਹਨੂੰ ਮਿਲਦੀ ਰਾਈਟ ਟੂ ਐਜੂਕੇਸ਼ਨ? ਤੁਹਾਡੇ ਕੋਲ 200 ਮੀਟਰ ਤੇ ਸਰਕਾਰੀ ਸਕੂਲ ਹੋਣਾ ਚਾਹੀਦਾ, ਤੁਹਾਡੇ 400 ਮੀਟਰ ਤੇ ਫਲਾਣਾ ਹੋਣਾ ਚਾਹੀਦਾ ਹੈਗਾ। ਇੱਕ ਕਾਨੂੰਨ ਆ ਕੋਈ ਰਾਈਟ ਟੂ ਐਜੂਕੇਸ਼ਨ ਦੇ? ਤੁਸੀਂ ਸਿੱਧੀ ਕਰੋ ਵੀ ਆਹ ਇੱਕ ਸਕੂਲ ਦੇ 25% ਸੀਟਾਂ ਆਲੇ ਆਹ ਏਰੀਏ ਦੇ ਬੱਚਿਆਂ ਦੀਆਂ ਹੈਗੀਆਂ ਨੇ, ਗੱਲ ਖਤਮ ਹੋ ਗਈ। ਤੁਸੀਂ ਇੰਨੀਆਂ ਕਲੌਜ਼ ਪਾਤੀਆਂ, ਪ੍ਰਾਈਵੇਟ ਸਕੂਲ ਲਾ ਦਿੰਦੇ ਨੇ ਕਿਸੇ ਨੂੰ ਜੀ। ਤੁਸੀਂ ਦੇਖੋ, ਗਿਆਨ ਲੋਕਾਂ 'ਚ ਲੈ ਕੇ ਆਓ, ਚੇਤਨਾ ਲੈ ਕੇ ਆਓ, ਉਹਨਾਂ ਨੂੰ ਪਤਾ ਲੱਗੇ ਵੀ ਜਾਤ ਪਾਤ ਤੋਂ ਉੱਪਰ ਵੀ ਕੋਈ ਚੀਜ਼ ਹੈਗੀ ਆ। ਇੱਕ ਦੇਸ਼ ਹੈ, ਇੱਕ ਅਸੀਂ ਦੇਸ਼ ਦਾ ਵਿਕਾਸ ਕਰਨਾ, ਇਹ ਮਾਨਵਤਾ ਹੈਗੀ, ਉਹਨਾਂ ਨੂੰ ਇਹ ਚੀਜ਼ਾਂ ਸਮਝ ਆਊਗੀ ਤਾਂ ਦੇਸ਼ ਦਾ ਵਿਕਾਸ ਹੋਣਾ। ਨਹੀਂ ਜੇ ਤੁਸੀਂ ਰੋਜ਼ ਇਹ ਭਾਈ ਔਰ ਬਹਿਨੋਂ ਕਹਿ ਕੇ ਸਪੀਚ ਸ਼ੁਰੂ ਕਰੋਗੇ ਤੇ ਵੱਡੇ ਵੱਡੇ ਫਲਸਫੇ ਦੇ ਕੇ ਉਹਨਾਂ ਨੂੰ ਚਲੇ ਜਾਓਗੇ ਤਾਂ ਇੱਦਾਂ ਦੇਸ਼ ਦਾ ਵਿਕਾਸ ਨਹੀਂ ਹੋਣਾ ਹੈਗਾ। ਤੁਹਾਨੂੰ ਇੰਨੀ ਮੈਜੋਰਟੀ ਲੋਕਾਂ ਨੇ ਦਿੱਤੀ ਹੈ, ਕਰ ਦਿਓ ਕਾਨੂੰਨ ਪਾਸ ਤੁਸੀਂ ਸਵੇਰੇ ਵੀ ਜਿਹੜਾ ਬੰਦਾ ਫੜਿਆ ਗਿਆ ਸੀ 5 ਸਾਲ 20 ਸਾਲ ਦੀ ਸਜ਼ਾ ਉਹਨੂੰ ਡਬਈ ਵਾਲੇ ਕਾਨੂੰਨ ਸਖਤ ਬਣਾਓ ਤੁਸੀਂ। ਬਿਲਕੁਲ, ਤਾਂ ਹੀ ਸੁਧਾਰ ਹੋਣਾ। ਨਹੀਂ ਐਡੀ ਵੱਡੀ ਆਬਾਦੀ 132 ਕਰੋੜ ਦੀ ਆਬਾਦੀ ਦੇ ਵਿੱਚ ਲਿਬਰਟੀ ਦੇ ਕੇ ਕਿੱਦਾਂ ਸੁਧਾਰ ਹੋਊਗਾ? ਬਿਲਕੁਲ। ਬਹੁਤ ਧੰਨਵਾਦ ਰਾਜਦੀਪ ਬੈਨੀਪਾਲ ਜੀ ਗੱਲਬਾਤ ਕਰਨ ਦੇ ਲਈ। ਸੋ ਗੱਲ ਜਿਹੜੀ ਆ ਉਹੀ ਸ਼ੁਰੂ ਹੋਈ ਸੀ ਕਿ ਜਨਤਾ ਨੂੰ ਰਾਹਤ ਕਿਉਂ ਨਹੀਂ ਮਿਲ ਰਹੀ? ਸਰਕਾਰਾਂ ਦੇ ਆਪਣੇ ਇਸ ਤਰ੍ਹਾਂ ਦੇ ਫੈਸਲੇ ਨੇ, ਕਾਨੂੰਨ ਨੇ, ਉਹ ਇੰਨੇ ਉਹਨਾਂ ਦੇ ਵਿੱਚ ਪ੍ਰੋਵੀਜ਼ਨਾਂ ਇੰਨੀਆਂ ਨੇ ਕਿ ਬਚਾਅ ਹੋ ਜਾਂਦਾ ਹੈ। ਕਰਪਸ਼ਨ ਬਹੁਤ ਵੱਡੇ ਪੱਧਰ 'ਤੇ ਹੈ, ਜਿਹੜੀ ਚੀਜ਼ ਲੋਕਾਂ ਤੱਕ ਪਹੁੰਚਣੀ ਹੁੰਦੀ ਆ ਉਹ ਸਹੀ ਢੰਗ ਨਾਲ ਪਹੁੰਚਦੀ ਨਹੀਂ ਹੈਗੀ। ਤਾਂ ਸਰਕਾਰਾਂ ਦੇ ਵੱਲੋਂ ਜਿਹੜੇ ਸਖਤ ਕਾਨੂੰਨ ਬਣਾਉਣ ਦੀ ਲੋੜ ਹੈਗੀ, ਅਮੈਂਡਮੈਂਟਸ ਦੀ ਲੋੜ ਹੈਗੀ ਆ, ਤਾਂ ਹੀ ਦੇਸ਼ ਦਾ ਭਲਾ ਹੋ ਸਕਦਾ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਸਾਨੂੰ ਦਿਓ ਇਜਾਜ਼ਤ। ਧੰਨਵਾਦ।